ਡਿੰਬੋ ਸਟਬਨ ਬੇਬੀ ਹਾਥੀ। ਦੂਰ ਦੇਸ਼ ਵਿੱਚ ਇੱਕ ਜੰਗਲ ਵਿੱਚ ਡਿੰਬੋ ਨਾਂ ਦਾ ਇੱਕ ਹਾਥੀ ਦਾ ਬੱਚਾ ਰਹਿੰਦਾ ਸੀ ਆਪਣੇ ਮਾਂ-ਪਿਓ ਦੇ ਨਾਲ। ਉਹ ਜੰਗਲ ਦੇ ਜੀਵਨ ਤੋਂ ਉੱਬ ਚੁੱਕਿਆ ਸੀ ਤੇ ਕਿਧਰੇ ਦੂਰ ਜਾਣਾ ਚਾਹੁੰਦਾ ਸੀ ਅਤੇ ਨਵੀਆਂ ਥਾਵਾਂ ਦਾ ਪਤਾ ਲਾਉਣਾ ਚਾਹੁੰਦਾ ਸੀ। ਉਹ ਜੰਗਲ ਵਿੱਚ ਸਾਰੀਆਂ ਥਾਵਾਂ ਤੇ ਜਾਣਾ ਚਾਹੁੰਦਾ ਸੀ ਤੇ ਨਵੇਂ ਲੋਕਾਂ ਨੂੰ ਮਿਲਣਾ ਚਾਹੁੰਦਾ ਸੀ, ਕਿਉਂਕਿ ਉਸ ਦਾ ਦੋਸਤ ਨਿੱਕਾ ਚੂਹਾ ਉਸ ਨੂੰ ਦੱਸਦਾ ਰਹਿੰਦਾ ਸੀ ਕਿ ਦੁਨੀਆ ਬਹੁਤ ਵੱਡੀ ਹੈ ਤੇ ਅਜਿਹੀਆਂ ਬਹੁਤ ਥਾਵਾਂ ਹਨ ਜੋ ਅਸੀਂ ਵੇਖੀਆਂ ਨਹੀਂ ਹਨ। ਇਸ ਲਈ ਡਿੰਬੋ ਨੇ ਆਪਣਾ ਮਨ ਬਣਾ ਲਿਆ ਇੱਕ ਲੰਮੇ ਸਫ਼ਰ ਤੇ ਜਾਣ ਦਾ ਅਤੇ ਨਵੀਆਂ ਥਾਵਾਂ ਨੂੰ ਲੱਭਣ ਦਾ। ਇੱਕ ਦਿਨ ਉਹ ਆਪਣੇ ਮਾਪਿਓ ਦੇ ਕੋਲ ਗਿਆ ਤੇ ਇਸ ਬਾਰੇ ਗੱਲ ਕੀਤੀ। ਮੈਂ ਇੱਕ ਹੀ ਜੰਗਲ ਵਿੱਚ ਰਹਿ ਕੇ ਉੱਬ ਗਿਆ। ਮੈਂ ਜਾਣਾ ਹੈ ਤੇ ਨਵੀਆਂ ਥਾਵਾਂ ਵੇਖਣੀਆਂ ਨੇ। ਮੇਰੇ ਬੱਚੇ, ਇਹ ਸਾਡਾ ਘਰ ਹੈ ਤੇ ਇਸ ਤੋਂ ਇਲਾਵਾ ਸਾਨੂੰ ਨਹੀਂ ਪਤਾ ਸਾਡੇ ਲਈ ਬਾਹਰ ਕੀ ਹੈ। ਜੰਗਲ ਦੇ ਬਾਹਰ ਇਨਸਾਨ ਬਹੁਤ ਖਤਰਨਾਕ ਹੋ ਸਕਦੇ ਹਨ। ਡਿੰਬੋ ਨੇ ਆਪਣੇ ਮਾਪਿਓ ਦੀ ਗੱਲ ਤਾਂ ਸੁਣੀ, ਪਰ ਅਸਲ ਵਿੱਚ ਉਸ ਗੱਲ ਤੇ ਧਿਆਨ ਨਹੀਂ ਦਿੱਤਾ ਜੋ ਕਿਹਾ ਜਾ ਰਿਹਾ ਸੀ। ਉਹਦਾ ਮਨ ਹਾਲੇ ਵੀ ਬਾਹਰ ਦੀ ਦੁਨੀਆ ਵੇਖਣ ਲਈ ਲਲਚਾ ਰਿਹਾ ਸੀ। ਉਸ ਰਾਤ ਜਦੋਂ ਸਾਰੇ ਸੌਂ ਗਏ ਤਾਂ ਉਹ ਘਰੋਂ ਬਾਹਰ ਨਿਕਲਿਆ ਤੇ ਜੰਗਲ ਦੇ ਆਖਰੀ ਸਿਰੇ ਵੱਲ ਚੱਲਣਾ ਸ਼ੁਰੂ ਕਰ ਦਿੱਤਾ। ਹੁਣ ਬਹੁਤ ਹਨੇਰਾ ਹੋ ਗਿਆ ਸੀ। ਉਸ ਨੂੰ ਚੱਲਣ ਵਿੱਚ ਵੀ ਬਹੁਤ ਮੁਸ਼ਕਲ ਆ ਰਹੀ ਸੀ। ਉਸੇ ਵੇਲੇ ਉਸਨੇ ਮਹਿਸੂਸ ਕੀਤਾ ਕਿ ਉਸ ਦੇ ਵੱਲ ਕੁਝ ਆ ਰਿਹਾ ਹੈ। ਅਚਾਨਕ ਇਸ ਤੋਂ ਪਹਿਲਾਂ ਕਿ ਉਹ ਅੱਗੇ ਵਧ ਸਕਦਾ, ਉਸਨੇ ਆਪਣੇ ਆਪ ਨੂੰ ਇੱਕ ਜਾਲ ਵਿੱਚ ਫਸਿਆ ਹੋਇਆ ਪਾਇਆ। ਉਸਨੇ ਉੱਥੋਂ ਨਿਕਲਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਕੋਈ ਉਮੀਦ ਨਹੀਂ ਸੀ। ਥੋੜੀ ਦੇਰ ਬਾਅਦ ਉਸਨੂੰ ਕੁਝ ਆਵਾਜ਼ਾਂ ਸੁਣੀਆਂ। ਲੋਕੀ ਖੁਸ਼ ਹੋ ਰਹੇ ਸੀ, ਨੱਚ ਟੱਪ ਰਹੇ ਸੀ। ਉਸਨੂੰ ਫੜ ਲਿਆ। ਉਸਨੂੰ ਦੂਰ ਨਾ ਜਾਣ ਦਿਓ। ਇਸ ਤੋਂ ਪਹਿਲਾਂ ਕਿ ਉਹ ਸਮਝ ਸਕਦਾ ਕਿ ਹੋ ਕੀ ਰਿਹਾ, ਡਿੰਬੋ ਜ਼ਮੀਨ ਤੇ ਇੱਕ ਹਨੇਰੇ ਬਕਸੇ ਵਿੱਚ ਚਲਾ ਗਿਆ। ਬਾਕਸ ਦਾ ਢੱਕਣ ਬੰਦ ਹੋ ਗਿਆ ਅਤੇ ਬਾਕਸ ਅਚਾਨਕ ਚੱਲਣ ਲੱਗਾ। ਡਰੇ ਸਹਿਮੇ ਨਿੱਕੇ ਡਿੰਬੋ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਅਚਾਨਕ ਉਹਨੇ ਇੱਕ ਆਵਾਜ਼ ਸੁਣੀ, ਤਾਂ ਉਹਨਾਂ ਨੇ ਤੈਨੂੰ ਫੜ ਲਿਆ। ਜਦ ਉਹਨੇ ਆਵਾਜ਼ ਦੇ ਵੱਲ ਵੇਖਿਆ, ਉਹਨੇ ਮਹਿਸੂਸ ਕੀਤਾ ਕਿ ਉਹ ਜੰਗਲ ਦੇ ਬਾਂਦਰਾਂ ਵਿੱਚੋਂ ਇੱਕ ਹੈ। ਮੈਨੂੰ ਕਿਸ ਨੇ ਫੜਿਆ ਹੈ? ਇਨਸਾਨਾਂ ਨੇ। ਪਰ ਉਹਨਾਂ ਨੇ ਮੈਨੂੰ ਕਿਉਂ ਫੜਿਆ? ਮੈਂ ਉਹਨਾਂ ਦਾ ਕੀ ਵਿਗਾੜਿਆ ਸੀ? ਮੈਂ ਵੀ ਕੁਝ ਨਹੀਂ ਕੀਤਾ ਸੀ, ਪਰ ਉਹ ਸਾਡੇ ਨਾਲ ਕੁਝ ਕਰਨ ਦਾ ਸੋਚ ਰਹੇ ਨੇ। ਬਾਂਦਰ ਦੀ ਗੱਲ ਸਹੀ ਸੀ। ਜਿਨ੍ਹਾਂ ਲੋਕਾਂ ਨੇ ਬਾਂਦਰ ਤੇ ਡਿੰਬੋ ਨੂੰ ਫੜਿਆ ਸੀ, ਉਹ ਸ਼ਹਿਰ ਦੇ ਇੱਕ ਸਰਕਸ ਲਈ ਕੰਮ ਕਰਦੇ ਸੀ। ਉਹ ਉਹਨਾਂ ਜਾਨਵਰਾਂ ਨੂੰ ਲੈ ਜਾ ਰਹੇ ਸੀ ਜਿਨ੍ਹਾਂ ਨੂੰ ਉਹਨਾਂ ਨੇ ਸਰਕਸ ਦੇ ਸ਼ੋਅ ਵਿੱਚ ਇਸਤੇਮਾਲ ਕਰਨ ਦੇ ਲਈ ਫੜਿਆ ਸੀ। ਇੱਧਰ ਸਵੇਰੇ ਜਦੋਂ ਮੰਮਾ ਹਾਥੀ ਨੂੰ ਆਪਣਾ ਬੱਚਾ ਨਹੀਂ ਵੇਖਿਆ ਤਾਂ ਉਹ ਚਿੰਤਾ ਵਿੱਚ ਪੈ ਗਈ। ਉਹਨੇ ਆਪਣੇ ਦੂਜੇ ਬੱਚਿਆਂ ਨੂੰ ਪੁੱਛਿਆ ਕਿ ਕੀ ਉਹਨਾਂ ਨੇ ਡਿੰਬੋ ਨੂੰ ਵੇਖਿਆ, ਪਰ ਉਹਨਾਂ ਨੇ ਡਿੰਬੋ ਨੂੰ ਪਿਛਲੀ ਰਾਤ ਤੋਂ ਨਹੀਂ ਵੇਖਿਆ ਸੀ। ਮੰਮਾ ਹਾਥੀ ਚਿੰਤਾ ਵਿੱਚ ਭੱਜਦੇ ਹੋਏ ਡੈਡੀ ਹਾਥੀ ਕੋਲ ਪਹੁੰਚੀ। ਡਿੰਬੋ ਨਹੀਂ ਮਿਲ ਰਿਹਾ, ਪਤਾ ਨਹੀਂ ਉਹ ਕਿੱਧਰ ਗਿਆ। ਤਾਂ ਫਿਰ ਉਸਨੇ ਆਪਣੀ ਜ਼ਿੱਦ ਪੂਰੀ ਕੀਤੀ। ਇਸ ਤੋਂ ਪਹਿਲਾਂ ਉਸਨੂੰ ਕੁਝ ਹੋ ਜਾਵੇ, ਸਾਨੂੰ ਉਸਨੂੰ ਲੱਭਣਾ ਚਾਹੀਦਾ। ਉਸ ਦੇ ਪਰਿਵਾਰ ਨੂੰ ਡਿੰਬੋ ਦਾ ਦੋਸਤ ਚੂਹਾ ਮਿਲਿਆ। ਉਹਨਾਂ ਨੇ ਉਹਨੂੰ ਸਭ ਕੁਝ ਦੱਸਿਆ। ਸੁਣ ਕੇ ਚੂਹਾ ਉਦਾਸ ਹੋ ਗਿਆ। ਇਹ ਸਭ ਮੇਰੇ ਕਰਕੇ ਹੋਇਆ ਹੈ। ਮੈਂ ਹੀ ਉਸਨੂੰ ਕਿਹਾ ਸੀ ਕਿ ਜੰਗਲ ਤੋਂ ਬਾਹਰ ਇੱਕ ਦੁਨੀਆ ਹੈ। ਚਿੰਤਾ ਨਾ ਕਰੋ, ਅਸੀਂ ਉਸਨੂੰ ਲੱਭ ਲਵਾਂਗੇ। ਦਿਨ ਬੀਤਦੇ ਗਏ। ਡਿੰਬੋ ਨੂੰ ਇੱਕ ਜਗ੍ਹਾ ਤੇ ਰੱਖਿਆ ਗਿਆ ਸੀ ਜੋ ਸਰਕਸ ਦੇ ਤੰਬੂ ਦੇ ਨਾਲ ਹੀ ਬਾਰਬ ਵਾਇਰ ਨਾਲ ਘਿਰੀ ਹੋਈ ਸੀ। ਉਸ ਦੇ ਦੋਸਤ ਬਾਂਦਰ ਨੂੰ ਪਿੰਜਰੇ ਵਿੱਚ ਰੱਖਿਆ ਗਿਆ ਸੀ। ਸਰਕਸ ਦੇ ਲੋਕੀ ਇੱਕ ਹਫ਼ਤੇ ਬਾਅਦ ਹੋਣ ਵਾਲੇ ਸ਼ੋਅ ਦੀ ਤਿਆਰੀ ਵਿੱਚ ਜੁਟੇ ਹੋਏ ਸਨ। ਡਿੰਬੋ ਇਹਨਾਂ ਲੋਕਾਂ ਨੂੰ ਵੇਖ ਰਿਹਾ ਸੀ ਹੈਰਾਨੀ ਨਾਲ, ਸਰਕਸ ਦੇ ਤੰਬੂ ਤੇ ਟਰੱਕ ਨੂੰ, ਕਿਉਂਕਿ ਉਹ ਪਹਿਲੀ ਵਾਰ ਇਹਨਾਂ ਚੀਜ਼ਾਂ ਨੂੰ ਵੇਖ ਰਿਹਾ ਸੀ। ਇਸ ਨੂੰ ਸਰਕਸ ਕਿਉਂ ਕਹਿੰਦੇ ਨੇ ਤੇ ਉਹਨਾਂ ਨੇ ਮੈਨੂੰ ਇੱਥੇ ਕਿਉਂ ਰੱਖਿਆ ਹੈ? ਜਦ ਡਿੰਬੋ ਇਸ ਬਾਰੇ ਸੋਚ ਰਿਹਾ ਸੀ, ਦੋ ਆਦਮੀ ਆਏ ਤੇ ਉਸ ਨੂੰ ਬਾਰਬ ਵਾਇਰ ਤੋਂ ਕੱਢ ਕੇ ਲੈ ਗਏ। ਜਦ ਉਸ ਨੂੰ ਸਰਕਸ ਵਿੱਚ ਲਿਆਂਦਾ ਗਿਆ ਤਾਂ ਡਿੰਬੋ ਉਹ ਨਜ਼ਾਰਾ ਦੇਖ ਕੇ ਡਰ ਗਿਆ। ਥੋੜੇ ਸਮੇਂ ਬਾਅਦ ਸਰਕਸ ਦਾ ਮਾਲਕ, ਜੋ ਇੱਕ ਐਨੀਮਲ ਟ੍ਰੇਨਰ ਵੀ ਸੀ, ਡਿੰਬੋ ਦੇ ਕੋਲ ਹੱਥ ਵਿੱਚ ਚਾਬੁਕ ਲੈ ਕੇ ਆਇਆ। ਤੂੰ ਬਿਲਕੁਲ ਉਵੇਂ ਕਰੇਗਾ ਜਿਵੇਂ ਮੈਂ ਤੈਨੂੰ ਕਰਕੇ ਵਿਖਾਵਾਂਗਾ। ਇਸ ਵਿੱਚ ਇੱਕ ਚੰਗੀ ਗੱਲ ਇਹ ਹੋਵੇਗੀ ਕਿ ਤੂੰ ਇਕੱਲਾ ਹੋਵੇਂਗਾ, ਜਾਂ ਫਿਰ ਤੈਨੂੰ ਤੇਰੀ ਸਜ਼ਾ ਪਸੰਦ ਨਹੀਂ ਆਵੇਗੀ। ਡਿੰਬੋ ਬਹੁਤ ਡਰ ਚੁੱਕਿਆ ਸੀ। ਉਸਨੇ ਉਹ ਨਕਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜੋ ਮਾਲਕ ਉਸਨੂੰ ਸਿਖਾ ਰਿਹਾ ਸੀ।
ਇੱਧਰ ਉਸ ਦਾ ਦੋਸਤ ਚੂਹਾ ਪੂਰੇ ਜੰਗਲ ਵਿੱਚ ਡਿੰਬੋ ਨੂੰ ਲੱਭ ਰਿਹਾ ਸੀ। ਉਸਨੇ ਹਰ ਜਾਨਵਰ ਤੋਂ ਡਿੰਬੋ ਦੇ ਬਾਰੇ ਪੁੱਛਿਆ, ਪਰ ਕਿਸੇ ਨੂੰ ਕੁਝ ਵੀ ਪਤਾ ਨਹੀਂ ਸੀ। ਇੱਕ ਨਿੱਕੇ ਗੁਲਾਬੀ ਪੰਛੀ ਨੇ ਨਿਰਾਸ਼ ਚੂਹੇ ਨੂੰ ਇੱਧਰ-ਉੱਧਰ ਕੁਝ ਲੱਭਦਿਆਂ ਵੇਖਿਆ ਤਾਂ ਪੁੱਛਿਆ ਕਿ ਕੀ ਗੱਲ ਹੋ ਗਈ। ਮੈਂ ਆਪਣੇ ਦੋਸਤ ਡਿੰਬੋ ਨੂੰ ਲੱਭ ਰਿਹਾ। ਡਿੰਬੋ? ਤੁਹਾਡਾ ਮਤਲਬ ਉਹ ਸਿੱਧੀ ਹਾਥੀ ਬੱਚੇ ਨੂੰ? ਹਾਂ, ਮੈਨੂੰ ਲੱਗਦਾ ਹੈ ਉਹ ਜੰਗਲ ਛੱਡ ਕੇ ਸ਼ਹਿਰ ਚਲਾ ਗਿਆ ਹੈ। ਮੇਰੀ ਮਾਂ ਨੇ ਮੈਨੂੰ ਦੱਸਿਆ ਸੀ ਕਿ ਜਦੋਂ ਮੈਂ ਨਿੱਕੀ ਬੱਚੀ ਹੁੰਦੀ ਸੀ, ਡਿੰਬੋ ਨੇ ਮੇਰੀ ਜਾਨ ਬਚਾਈ ਸੀ। ਅੱਜ ਜੇ ਉਹ ਮੁਸੀਬਤ ਵਿੱਚ ਹੈ ਤਾਂ ਮੈਂ ਜ਼ਰੂਰ ਉਸ ਦੀ ਮਦਦ ਕਰਾਂਗੀ। ਤੂੰ ਡਿੰਬੋ ਦੀ ਤਲਾਸ਼ ਵਿੱਚ ਸ਼ਹਿਰ ਵੱਲ ਉੱਡ ਸਕਦੀ ਹੈ। ਜੇ ਉਹ ਉੱਥੇ ਹੈ ਤਾਂ ਮੈਨੂੰ ਯਕੀਨ ਹੈ ਕਿ ਤੂੰ ਉਸ ਨੂੰ ਲੱਭ ਲਵੇਂਗੀ। ਜ਼ਰੂਰ, ਤੁਸੀਂ ਚਿੰਤਾ ਨਾ ਕਰੋ। ਛੋਟੀ ਗੁਲਾਬੀ ਚਿੜੀ ਨੇ ਉਸੇ ਵੇਲੇ ਸ਼ਹਿਰ ਵੱਲ ਨੂੰ ਉਡਾਰੀ ਭਰ ਲਈ। ਕੁਝ ਘੰਟੇ ਉੱਡਣ ਦੇ ਬਾਅਦ ਉਸਨੇ ਵੱਡੇ ਸਰਕਸ ਦਾ ਤੰਬੂ ਤੇ ਕੁਝ ਟਰੱਕ ਦੂਰੋਂ ਵੇਖੇ। ਉਹ ਉਹਨਾਂ ਦੇ ਉੱਪਰ ਉੱਡਣ ਲੱਗੀ ਤੇ ਉਸਨੇ ਕੀ ਵੇਖਿਆ? ਕੁਝ ਲੋਕ ਡਿੰਬੋ ਨੂੰ ਫੇਰ ਤੋਂ ਜਾਲੀ ਵਿੱਚ ਪਾ ਰਹੇ ਸੀ। ਉਹ ਫਟਾਫਟ ਡਿੰਬੋ ਕੋਲ ਪਹੁੰਚੀ। ਹੈਲੋ ਡਿੰਬੋ, ਮੈਂ ਬਹੁਤ ਖੁਸ਼ ਹਾਂ ਕਿ ਮੈਂ ਤੈਨੂੰ ਲੱਭ ਲਿਆ। ਤੇਰਾ ਪਰਿਵਾਰ ਤੇ ਸਾਰੇ ਦੋਸਤ ਕਿੰਨੀ ਚਿੰਤਾ ਵਿੱਚ ਨੇ। ਕੁਝ ਲੋਕਾਂ ਨੇ ਮੈਨੂੰ ਇੱਥੇ ਕੈਦ ਕਰ ਲਿਆ ਹੈ। ਅਗਲੇ ਹਫਤੇ ਉਹ ਮੈਨੂੰ ਸ਼ੋਅ ਵਿੱਚ ਇਸਤੇਮਾਲ ਕਰਨਗੇ। ਕੀ ਸੱਚੀ? ਤੂੰ ਚਿੰਤਾ ਨਾ ਕਰ, ਅਸੀਂ ਤੈਨੂੰ ਇੱਥੋਂ ਕੱਢ ਲਵਾਂਗੇ। ਹੁਣ ਮੈਂ ਪਹਿਲਾਂ ਜਾ ਕੇ ਤੇਰੇ ਪਰਿਵਾਰ ਨੂੰ ਤੇਰੀ ਹਾਲਤ ਦੀ ਜਾਣਕਾਰੀ ਦਿਆਂ। ਚਿੜੀ ਆਕਾਸ਼ 'ਚ ਉੱਡ ਗਈ ਅਤੇ ਜੰਗਲ ਵਿੱਚ ਚਲੀ ਗਈ। ਡਿੰਬੋ ਬਹੁਤ ਖੁਸ਼ ਸੀ ਕਿਉਂਕਿ ਉਹਨੂੰ ਯਕੀਨ ਹੋ ਗਿਆ ਸੀ ਕਿ ਉਸ ਨੂੰ ਹੁਣ ਬਚਾ ਲਿਆ ਜਾਵੇਗਾ। ਛੋਟੀ ਚਿੜੀ ਡਿੰਬੋ ਦੇ ਪਰਿਵਾਰ ਕੋਲ ਗਈ ਅਤੇ ਉਹਨਾਂ ਨੂੰ ਡਿੰਬੋ ਦੇ ਬਾਰੇ ਸਭ ਕੁਝ ਦੱਸਿਆ। ਮੰਮਾ ਤੇ ਡੈਡੀ ਹਾਥੀ ਪਤਾ ਮਿਲ ਜਾਣ ਤੇ ਖੁਸ਼ ਸੀ। ਅਸੀਂ ਸਵੇਰੇ ਛੇਤੀ ਨਿਕਲ ਜਾਵਾਂਗੇ। ਅਸੀਂ ਆਪਣੇ ਬੱਚੇ ਨੂੰ ਇਨਸਾਨਾਂ ਤੋਂ ਵਾਪਸ ਲਿਆਵਾਂਗੇ। ਅਗਲੀ ਸਵੇਰੇ ਡਿੰਬੋ ਦਾ ਪਰਿਵਾਰ ਚੂਹਾ ਤੇ ਚਿੜੀ ਨੇ ਸ਼ਹਿਰ ਵੱਲ ਦਾ ਸਫ਼ਰ ਸ਼ੁਰੂ ਕਰ ਦਿੱਤਾ। ਹਾਥੀ ਤੇ ਚੂਹਾ ਚਿੜੀ ਦੀ ਤਰ੍ਹਾਂ ਤੇਜ਼ ਨਹੀਂ ਸੀ। ਉਹਨਾਂ ਦੇ ਲਈ ਇਹ ਸਫ਼ਰ ਸੱਚਮੁੱਚ ਲੰਮਾ ਸੀ। ਸਰਕਸ ਵਿੱਚ ਡਿੰਬੋ ਤੇ ਬਾਕੀ ਜਾਨਵਰ ਸ਼ੋਅ ਦੀ ਤਿਆਰੀ ਕਰ ਰਹੇ ਸਨ, ਜਦਕਿ ਜੰਗਲੀ ਬਾਂਦਰ ਜੋਕਰ ਦੇ ਨਾਲ ਮਸਤੀ ਕਰ ਰਿਹਾ ਸੀ। ਡਿੰਬੋ ਸਿਖਾਏ ਗਏ ਕਰਤੱਵ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਚੱਲ ਹੁਣ ਤੈਨੂੰ ਉੱਚੀ ਛਾਲ ਮਾਰਨੀ ਹੈ। ਸਰਕਸ ਦਾ ਮਾਲਕ ਉਸ ਨੂੰ ਅਜਿਹੀਆਂ ਚੀਜ਼ਾਂ ਕਰਨ ਨੂੰ ਕਹਿ ਰਿਹਾ ਸੀ ਜੋ ਇੱਕ ਹਾਥੀ ਦੇ ਲਈ ਬਹੁਤ ਔਖੀਆਂ ਸਨ। ਡਿੰਬੋ ਨੂੰ ਯਾਦ ਆਇਆ ਕਿ ਉਸ ਦੇ ਨਾਲ ਕੀ ਹੋਇਆ ਸੀ ਜਦ ਉਸਨੇ ਉਹ ਕੰਮ ਕਰਨ ਦੀ ਕੋਸ਼ਿਸ਼ ਕੀਤੀ ਸੀ ਜੋ ਦੂਜੇ ਜਾਨਵਰ ਕਰਿਆ ਕਰਦੇ ਸੀ। ਮੈਨੂੰ ਉਮੀਦ ਹੈ ਕਿ ਮੈਨੂੰ ਬਚਾਉਣ ਲਈ ਮੇਰੇ ਮੰਮੀ ਡੈਡੀ ਛੇਤੀ ਇੱਥੇ ਆ ਜਾਣਗੇ। ਹੁਣ ਇੱਕ ਹੋਰ ਦਿਨ ਬੀਤ ਚੁੱਕਿਆ ਸੀ ਤੇ ਅੱਜ ਸ਼ੋਅ ਦਾ ਦਿਨ ਸੀ। ਸਰਕਸ ਦੀਆਂ ਲਾਈਟਾਂ ਚਮਕ ਰਹੀਆਂ ਸਨ ਅਤੇ ਬਹੁਤ ਸਾਰੇ ਲੋਕੀ ਤੰਬੂ ਵਿੱਚ ਆ ਰਹੇ ਸਨ। ਡਿੰਬੋ ਦਾ ਪਰਿਵਾਰ, ਚੂਹਾ ਅਤੇ ਛੋਟੀ ਗੁਲਾਬੀ ਚਿੜੀ ਸਰਕਸ ਦੇ ਤੰਬੂ ਕੋਲ ਪਹੁੰਚੇ। ਉਸ ਇਲਾਕੇ ਵਿੱਚ ਉਹਨਾਂ ਨੇ ਡਿੰਬੋ ਨੂੰ ਵਾਇਰ ਦੀ ਜਾਲੀ ਵਿੱਚ ਵੇਖਿਆ। ਉਹ ਉੱਥੇ ਹੈ। ਹਾਂ, ਪਰ ਅਸੀਂ ਉਸ ਨੂੰ ਕਿਵੇਂ ਬਚਾਵਾਂਗੇ? ਮੈਂ ਡਿੰਬੋ ਨਾਲ ਗੱਲ ਕਰਦਾ। ਮੈਂ ਵੀ ਆਂਦੀ ਹਾਂ। ਚੂਹਾ ਤੇ ਚਿੜੀ ਡਿੰਬੋ ਦੇ ਕੋਲ ਗਏ। ਚੂਹਾ ਜਾਲੀ ਵਿੱਚੋਂ ਦੀ ਵੜ ਕੇ ਡਿੰਬੋ ਦੇ ਕੋਲ ਗਿਆ। ਡਿੰਬੋ, ਇੱਧਰ ਵੇਖ। ਓ ਮਿੱਤਰਾ। ਇਸੇ ਦੌਰਾਨ ਛੋਟੀ ਗੁਲਾਬੀ ਚਿੜੀ ਨੂੰ ਲੋਹੇ ਦੇ ਦਰਵਾਜ਼ੇ ਨੂੰ ਨੇੜਿਓਂ ਵੇਖਣ ਦਾ ਮੌਕਾ ਮਿਲਿਆ। ਦਰਵਾਜ਼ਾ ਬੰਦ ਹੈ। ਜਦੋਂ ਮੇਰੀ ਵਾਰੀ ਆਵੇਗੀ ਤਾਂ ਉਹ ਦਰਵਾਜ਼ਾ ਖੋਲਣਗੇ, ਉਦੋਂ ਅਸੀਂ ਭੱਜ ਸਕਦੇ ਹਾਂ। ਚੰਗਾ, ਅਸੀਂ ਕੀ ਯੋਜਨਾ ਤਿਆਰ ਕਰਦੇ ਹਾਂ, ਸਾਡਾ ਇੰਤਜ਼ਾਰ ਕਰੀ। ਇਸੇ ਦਰਮਿਆਨ ਸਰਕਸ ਦਾ ਸ਼ੋਅ ਵੀ ਚੱਲ ਰਿਹਾ ਸੀ। ਬਾਂਦਰ ਤੇ ਜੋਕਰ ਮਜ਼ਾਕੀਆ ਬਣਨ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਜੋ ਦਰਸ਼ਕ ਹੱਸਣ। ਜਦੋਂ ਉਹਨਾਂ ਨੇ ਆਪਣਾ ਸ਼ੋਅ ਖਤਮ ਕੀਤਾ ਤਾਂ ਸਰਕਸ ਦਾ ਮਾਲਕ ਸਟੇਜ ਤੇ ਪਿਆਰੇ ਆਇਆ। ਮਹਿਮਾਨੋ, ਹੁਣ ਸਾਡੇ ਨਾਲ ਸਾਡੇ ਜਾਦੂਗਰ ਹੋਣਗੇ। ਸਰਕਸ ਦਾ ਮਾਲਕ ਸਟੇਜ ਤੋਂ ਉਤਰਿਆ ਤੇ ਪਿੱਛੇ ਚਲਾ ਗਿਆ। ਉਹਨੇ ਆਪਣੇ ਆਦਮੀਆਂ ਨੂੰ ਹਾਥੀ ਨੂੰ ਲਿਆਉਣ ਲਈ ਕਿਹਾ। ਉਹਦੇ ਆਦਮੀ ਬਾਹਰ ਗਏ ਤੇ ਉਹਨਾਂ ਨੇ ਉਸ ਜਾਲੀ ਦਾ ਦਰਵਾਜ਼ਾ ਖੋਲ੍ਹਿਆ ਜਿੱਥੇ ਡਿੰਬੋ ਨੂੰ ਰੱਖਿਆ ਗਿਆ ਸੀ। ਉਸੇ ਵੇਲੇ ਉੱਥੇ ਜ਼ੋਰ ਦੀ ਆਵਾਜ਼ ਆਈ।
ਤੇ ਜਦੋਂ ਉਹਨਾਂ ਨੇ ਵੇਖਿਆ ਕਿ ਆਵਾਜ਼ ਕਿੱਥੋਂ ਆ ਰਹੀ ਹੈ ਤਾਂ ਵੇਖਿਆ ਕਿ 4 ਹਾਥੀ ਉਹਨਾਂ ਵੱਲ ਤੁਰੇ ਆ ਰਹੇ ਸੀ। ਉਹਨਾਂ ਨੇ ਸਭ ਕੁਝ ਉੱਥੇ ਹੀ ਛੱਡਿਆ ਤੇ ਭੱਜ ਨਿਕਲੇ। ਤੇ ਜਦੋਂ ਉਹ ਚਲੇ ਗਏ ਤਾਂ ਡਿੰਬੋ ਆਰਾਮ ਨਾਲ ਉੱਥੋਂ ਨਿਕਲ ਆਇਆ ਤੇ ਆਪਣੇ ਪਰਿਵਾਰ ਨੂੰ ਮਿਲ ਕੇ ਬਹੁਤ ਖੁਸ਼ ਹੋਇਆ। ਚਲੋ ਛੇਤੀ ਕਰੋ, ਸਾਨੂੰ ਇੱਥੋਂ ਦੂਰ ਜਾਣਾ ਹੋਵੇਗਾ। ਨਹੀਂ। ਡਿੰਬੋ ਦਾ ਜਵਾਬ ਸੁਣ ਕੇ ਸਾਰੇ ਹੈਰਾਨ ਰਹਿ ਗਏ। ਪਹਿਲਾਂ ਮੇਰੇ ਕੈਦੀ ਦੋਸਤਾਂ ਨੂੰ ਬਚਾਉਣਾ ਹੋਵੇਗਾ। ਚਲੋ ਉਹਨਾਂ ਦਾ ਧਿਆਨ ਭਟਕਾਉਂਦੇ ਹਾਂ ਤਾਂ ਕਿ ਚੂਹਾ ਤੇ ਚਿੜੀ ਉਹਨਾਂ ਦੇ ਪਿੰਜਰੇ ਖੋਲ ਸਕਣ। ਚਾਰੇ ਹਾਥੀਆਂ ਨੇ ਸਰਕਸ ਵਿੱਚ ਭੱਜਣਾ ਸ਼ੁਰੂ ਕਰ ਦਿੱਤਾ। ਡੈਡੀ ਹਾਥੀ ਟੈਂਟ ਦੇ ਅੰਦਰ ਵੜ ਗਏ। ਹਰ ਕੋਈ ਡਰ ਦੇ ਮਾਰੇ ਇੱਧਰ-ਉੱਧਰ ਭੱਜ ਰਿਹਾ ਸੀ ਤੇ ਇਸ ਸਭ ਦੇ ਵਿਚਕਾਰ ਚਿੜੀ ਪਿੰਜਰਿਆਂ ਦੇ ਤਾਲੇ ਖੋਲ ਰਹੀ ਸੀ। ਚੂਹਾ ਦਰਵਾਜ਼ੇ ਖੋਲ ਰਿਹਾ ਸੀ ਤਾਂ ਜੋ ਸਾਰੇ ਜਾਨਵਰ ਬਾਹਰ ਆ ਸਕਣ। ਉਹ ਸਾਰੇ ਜੰਗਲ ਵਿੱਚ ਭੱਜ ਗਏ। ਸਰਕਸ ਦਾ ਮਾਲਕ ਹੈਰਾਨ ਸੀ। ਉਹਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਖਰ ਇਹ ਹੋ ਕੀ ਰਿਹਾ ਹੈ। ਉਹ ਬਹੁਤ ਗੁੱਸੇ ਵਿੱਚ ਸੀ। ਜਦੋਂ ਇੱਧਰ-ਉੱਧਰ ਭੱਜ ਰਿਹਾ ਸੀ ਤਾਂ ਪੂਰਾ ਤੰਬੂ ਉਹਦੇ ਉੱਤੇ ਡਿੱਗ ਪਿਆ। ਡਿੰਬੋ ਤੇ ਉਹਦੇ ਪਰਿਵਾਰ ਨੇ ਦੋਸਤਾਂ ਸਮੇਤ ਸਰਕਸ ਤੋਂ ਸੁਰੱਖਿਅਤ ਦੂਰੀ ਤੇ ਪਹੁੰਚ ਜਾਣ ਦੇ ਬਾਅਦ ਸੁੱਖ ਦਾ ਸਾਹ ਲਿਆ। ਉਹ ਬਹੁਤ ਥੱਕ ਗਏ ਸੀ ਪਰ ਨਾਲੇ ਬਹੁਤ ਖੁਸ਼ ਵੀ ਸੀ। ਉਸੇ ਵੇਲੇ ਬਾਂਦਰ ਉਹਨਾਂ ਦੇ ਕੋਲ ਆਇਆ। ਡਿੰਬੋ, ਮੈਂ ਤੁਹਾਡਾ ਉਹਨਾਂ ਸਾਰੇ ਜਾਨਵਰਾਂ ਵੱਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੂੰ ਤੁਸੀਂ ਸਰਕਸ ਤੋਂ ਬਚਾਇਆ। ਮੌਕਾ ਮਿਲਦੇ ਹੀ ਭੱਜਣ ਦੀ ਬਜਾਏ ਤੁਸੀਂ ਸਾਨੂੰ ਵੀ ਬਚਾਇਆ। ਮੇਰੇ ਵੀਰੇ, ਮੈਨੂੰ ਯਕੀਨ ਹੈ ਤੁਸੀਂ ਮੇਰੇ ਨਾਲ ਵੀ ਇਹੀ ਕੀਤਾ ਹੁੰਦਾ। ਜੰਗਲ ਵਿੱਚ ਰਹਿ ਕੇ ਮੈਂ ਦੋਸਤੀ ਕਰਨਾ ਤੇ ਇੱਕ ਦੂਜੇ ਦੀ ਮਦਦ ਕਰਨਾ ਸਿੱਖ ਗਿਆ। ਹਾਂ, ਸਾਨੂੰ ਹਮੇਸ਼ਾ ਇੱਕ ਦੂਜੇ ਦਾ ਖਿਆਲ ਰੱਖਣਾ ਚਾਹੀਦਾ ਹੈ, ਨਹੀਂ ਤਾਂ ਜੀਵਨ ਸਾਡੇ ਲਈ ਬਹੁਤ ਔਖਾ ਹੋ ਸਕਦਾ ਹੈ। ਚੰਗਾ ਡਿੰਬੋ, ਹੁਣ ਅਗਲੇ ਸਫ਼ਰ ਤੇ ਕਦੋਂ ਜਾ ਰਿਹਾ ਹੈ? ਅਗਲੀ ਵਾਰ ਜੇ ਤੂੰ ਜੰਗਲ ਛੱਡਣ ਬਾਰੇ ਸੋਚਿਆ ਤਾਂ ਪਹਿਲਾਂ ਸਾਨੂੰ ਜ਼ਰੂਰ ਦੱਸੀ। ਡੈਡੀ, ਮੰਮੀ, ਮੇਰੀ ਭੈਣ, ਮੇਰੇ ਭਰਾ, ਮੈਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਕਿ ਮੇਰੀ ਵਜ੍ਹਾ ਨਾਲ ਤੁਹਾਨੂੰ ਪਰੇਸ਼ਾਨੀ ਹੋਈ। ਮੈਂ ਗੜਬੜ ਕੀਤੀ। ਚਿੰਤਾ ਨਾ ਕਰੋ, ਹੁਣ ਮੈਂ ਇਸ ਸੋਹਣੇ ਜੰਗਲ ਨੂੰ ਛੱਡ ਕੇ ਕਦੇ ਵੀ ਨਹੀਂ ਜਾਵਾਂਗਾ। ਤੇ ਫਿਰ ਉਹ ਸਾਰੇ ਆਪਣੇ ਸੋਹਣੇ ਜੰਗਲ ਵੱਲ ਤੁਰ ਪੈਂਦੇ ਹਨ। ਤੇ ਫਿਰ ਕਦੇ ਵੀ ਡਿੰਬੋ ਨੇ ਜੰਗਲ ਦੇ ਜੀਵਨ ਬਾਰੇ ਕੋਈ ਸ਼ਿਕਾਇਤ ਨਹੀਂ ਕੀਤੀ। ਬੱਚਿਆਂ ਦੇ ਲਈ ਪਰੀਆਂ ਦੀਆਂ ਦਿਲਚਸਪ ਕਹਾਣੀਆਂ। ਪੋਲੀਆਨਾ ਦੇ ਬੱਚਿਆਂ ਦੇ ਲਈ। ਸੁਨਹਿਰੇ ਵਾਲ, ਮੁਸਕਰਾਉਂਦੇ ਚਿਹਰੇ ਵਾਲੀ ਇੱਕ 10 ਸਾਲ ਦੀ ਛੋਟੀ ਬੱਚੀ ਪੋਲੀਆਨਾ ਆਪਣੇ ਆਲੇ ਦੁਆਲੇ ਖੁਸ਼ੀਆਂ ਵੰਡਦੀ ਸੀ। ਪਰ ਜਦੋਂ ਉਹ ਛੋਟੀ ਹੀ ਸੀ, ਉਸ ਦੇ ਮਾਪਿਓ ਸਵਰਗ ਸਿਧਾਰ ਗਏ ਤੇ ਉਦੋਂ ਤੋਂ ਉਹ ਇਕੱਲੀ ਸੀ। ਕੁਝ ਚਿਰ ਉਹ ਅਨਾਥ ਆਸ਼ਰਮ ਵਿੱਚ ਰਹੀ। ਫਿਰ ਕੁਝ ਚਿਰ ਬਾਅਦ ਉਸ ਦੀ ਅਮੀਰ ਚਾਚੀ ਨੇ ਉਸ ਦੀ ਦੇਖਭਾਲ ਦਾ ਜ਼ਿੰਮਾ ਲੈ ਲਿਆ। ਉਸ ਦੀ ਚਾਚੀ ਪੌਲੀ ਨੇ ਉਸ ਦੇ ਰਹਿਣ ਦਾ ਇੰਤਜ਼ਾਮ ਚਬਾਰੇ ਤੇ ਕਰ ਦਿੱਤਾ। ਇਹ ਵੇਖ ਕੇ ਕੰਮ ਵਾਲੀ ਨੈਂਸੀ ਖੁਸ਼ ਹੋ ਗਈ। ਉਮੀਦ ਹੈ ਇਹ ਛੋਟਾ ਮਹਿਮਾਨ ਚਿੜਚਿੜੀ ਪੌਲੀ ਨੂੰ ਖੁਸ਼ ਕਰਨ ਵਿੱਚ ਸਫਲ ਹੋਵੇਗਾ। ਪੋਲੀਆਨਾ ਜਦ ਘਰ ਪਹੁੰਚੀ ਤਾਂ ਉਸ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸੀ। ਉਹਨੇ ਆਪਣੀ ਚਾਚੀ ਨੂੰ ਘੁੱਟ ਕੇ ਜੱਫੀ ਪਾਈ, ਪਰ ਚਾਚੀ ਇੱਕਦਮ ਗੰਭੀਰ ਸੀ। ਉਹ ਪੋਲੀਆਨਾ ਨੂੰ ਉਸ ਕਮਰੇ 'ਚ ਲੈ ਗਈ ਜਿੱਥੇ ਉਹਨੂੰ ਰਹਿਣਾ ਸੀ। ਪੋਲੀਆਨਾ ਇੰਨਾ ਵੱਡਾ ਤੇ ਖੁਸ਼ਹਾਲ ਘਰ ਵੇਖ ਕੇ ਹੈਰਾਨ ਰਹਿ ਗਈ। ਚਾਚੀ ਨੇ ਉਹਨੂੰ ਚਬਾਰੇ ਤੇ ਉਹਦਾ ਕਮਰਾ ਵਿਖਾਇਆ। ਇਹ ਤੇਰਾ ਕਮਰਾ ਹੈ ਤੇ ਠੀਕ 6 ਵਜੇ ਰਾਤ ਦਾ ਖਾਣਾ ਸ਼ੁਰੂ ਹੁੰਦਾ ਹੈ, ਭੁੱਲੀ ਨਾ। ਪੋਲੀਆਨਾ ਨੂੰ ਉਸ ਦਾ ਕਮਰਾ ਬਹੁਤ ਪਸੰਦ ਆਇਆ। ਘਰ ਦੇ ਸਾਰੇ ਕਮਰੇ ਉਸਨੇ ਵੇਖੇ, ਪਰ ਉਸਦੇ ਮਨ ਵਿੱਚ ਇੱਕ ਵਾਰ ਵੀ ਇਹ ਖਿਆਲ ਨਹੀਂ ਆਇਆ ਕਿ ਚਾਚੀ ਨੇ ਉਸ ਨੂੰ ਚਬਾਰੇ ਵਾਲਾ ਕਮਰਾ ਕਿਉਂ ਦਿੱਤਾ ਹੋਵੇਗਾ। ਠੀਕ 6 ਵਜੇ ਚਾਚੀ ਨੇ ਉਹਨੂੰ ਟੇਬਲ ਤੇ ਬੁਲਾਇਆ ਸੀ, ਪਰ ਪੋਲੀਆਨਾ ਹਾਲੇ ਤੱਕ ਨਹੀਂ ਆਈ ਸੀ। ਇਹ ਕੁੜੀ ਕਿੱਥੇ ਹੈ? ਮੈਂ ਜਾ ਕੇ ਉਹਨੂੰ ਬੁਲਾ ਲਿਆਵਾਂ ਮਿਸ ਪੌਲੀ? ਨਹੀਂ। ਡਿਨਰ ਤੋਂ ਬਾਅਦ ਚਾਚੀ ਉਹਦੇ ਕਮਰੇ ਵਿੱਚ ਗਈ ਤਾਂ ਵੇਖਿਆ ਕਿ ਪੋਲੀਆਨਾ ਕਮਰੇ 'ਚ ਨਹੀਂ ਸੀ। ਉਹ ਉਸੇ ਵੇਲੇ ਬਗੀਚੇ ਵਿੱਚ ਮਾਲੀ ਨੂੰ ਦੱਸਣ ਦੇ ਲਈ ਗਈ ਕਿ ਉਹ ਲਾਪਤਾ ਹੈ, ਪਰ ਮਾਲੀ ਨੇ ਛੋਟੀ ਪਹਾੜੀ ਵੱਲ ਇਸ਼ਾਰਾ ਕੀਤਾ ਕਿ ਉਹ ਉੱਥੇ ਸੀ। ਭੱਜਦੇ ਹੋਏ ਨੈਂਸੀ ਉੱਥੇ ਪਹੁੰਚੀ ਤੇ ਦੋਨਾਂ ਨੇ ਰਲ ਕੇ ਉੱਥੇ ਇੱਕ ਮਹਿਲ ਵੀ ਬਣਾਇਆ। ਹਾਲਾਤ ਚਾਹੇ ਜਿਹੋ ਜਿਹੇ ਵੀ ਹੋਣ, ਪੋਲੀਆਨਾ ਹਮੇਸ਼ਾ ਸਕਾਰਾਤਮਕ ਸੋਚ ਰੱਖਦੀ ਸੀ।
ਜਿਸ ਨੂੰ ਵੇਖ ਕੇ ਨੈਂਸੀ ਹੈਰਾਨ ਹੁੰਦੀ ਸੀ। ਉਹਨੇ ਪੋਲੀਆਨਾ ਤੋਂ ਇਸ ਦਾ ਰਾਜ਼ ਪੁੱਛਿਆ। ਮੇਰੇ ਪਿਤਾ ਜੀ ਨੇ ਮੈਨੂੰ ਇਹ ਸਿਖਾਇਆ ਸੀ ਜਦ ਮੈਂ ਛੋਟੀ ਸੀ। ਇੱਕ ਬਹੁਤ ਹੀ ਮਦਦਗਾਰ ਔਰਤ ਨੇ ਸਾਨੂੰ ਵਿਸਾਖੀ ਭੇਜੀ ਸੀ। ਜਦ ਮੈਂ ਇਸ ਦੀ ਵਜ੍ਹਾ ਪੁੱਛੀ ਤਾਂ ਕਹਿਣ ਲੱਗੀ ਕਿ ਇਹ ਹਮੇਸ਼ਾ ਸਾਡੀਆਂ ਅੱਖਾਂ ਦੇ ਸਾਹਮਣੇ ਰਹੇਗਾ ਤਾਂ ਸਾਨੂੰ ਅਹਿਸਾਸ ਹੁੰਦਾ ਰਹੇਗਾ ਕਿ ਸਾਨੂੰ ਇਸ ਦੇ ਇਸਤੇਮਾਲ ਦੀ ਲੋੜ ਨਹੀਂ ਤੇ ਅਸੀਂ ਖੁਸ਼ ਰਵਾਂਗੇ। ਤੇ ਉਸ ਦਿਨ ਤੋਂ ਬਾਅਦ ਜਦ ਵੀ ਮੈਂ ਤੇ ਮੇਰੇ ਪਿਤਾ ਜੀ ਦੁਖੀ ਮਹਿਸੂਸ ਕਰਦੇ ਹਾਂ ਤਾਂ ਉਸ ਦਿਨ ਦੇ ਬਾਰੇ ਸੋਚਦੇ ਹਾਂ। ਸ਼ਾਮ ਨੂੰ ਪੋਲੀਆਨਾ ਆਪਣੇ ਕਮਰੇ ਦੇ ਬਿਸਤਰ ਤੇ ਫੁੱਟ-ਫੁੱਟ ਕੇ ਰੋ ਰਹੀ ਸੀ। ਮੇਰੇ ਪਿਤਾ ਜੀ ਸਵਰਗ ਦੂਤਾਂ ਦੇ ਨਾਲ ਰਹਿੰਦੇ ਨੇ। ਮੈਨੂੰ ਪਤਾ ਹੈ ਕਿ ਤੁਸੀਂ ਸਾਡੇ ਨਾਲ ਖੇਡ ਖੇਡਣ ਦੀ ਕੋਸ਼ਿਸ਼ ਕਰ ਰਹੇ ਹੋ, ਪਰ ਜੇ ਤੁਸੀਂ ਕਿਸੇ ਚੁਬਾਰੇ ਦੇ ਹਨੇਰੇ ਕਮਰੇ ਵਿੱਚ ਫਸੇ ਹੋ, ਇਕੱਲੇ ਬੈਠੇ ਹੋ, ਤਾਂ ਤੁਸੀਂ ਚਾਹ ਕੇ ਵੀ ਖੁਸ਼ ਨਹੀਂ ਹੋ ਸਕਦੇ। ਅਗਲੇ ਦਿਨ ਪੋਲੀਆਨਾ ਥੱਲੇ ਬਗੀਚੇ ਵਿੱਚ ਗਈ ਤੇ ਉਸਨੇ ਆਪਣੀ ਚਾਚੀ ਨੂੰ ਜੱਫੀ ਪਾ ਲਈ। ਚਾਚੀ, ਮੇਰੀ ਪਿਆਰੀ ਚਾਚੀ, ਮੈਂ ਬਹੁਤ ਖੁਸ਼ ਹਾਂ ਕਿ ਅੱਜ ਦਾ ਦਿਨ ਮੈਨੂੰ ਨਸੀਬ ਹੋਇਆ। ਕੀ ਅਸੀਂ ਸਤਿ ਸ਼੍ਰੀ ਅਕਾਲ ਇੰਜ ਕਹਿੰਦੇ ਹਾਂ? ਇਹ ਕਹਿ ਕੇ ਚਾਚੀ ਮੁੜ ਕੇ ਉੱਥੋਂ ਚਲੀ ਗਈ। ਦੂਰੋਂ ਉਹਨਾਂ ਨੂੰ ਵੇਖ ਰਹੇ ਮਾਲੀ ਦੀਆਂ ਅੱਖਾਂ ਭਰ ਆਈਆਂ। ਉਹ ਪੋਲੀਆਨਾ ਦੇ ਕੋਲ ਗਿਆ ਤੇ ਕਹਿਣ ਲੱਗਾ ਕਿ ਉਹ ਬਿਲਕੁਲ ਉਸੇ ਦੀ ਮਾਂ ਵਰਗੀ ਨਜ਼ਰ ਆਉਂਦੀ ਹੈ ਤੇ ਮਾਲੀ ਜਾਣਦਾ ਸੀ ਕਿ ਉਸ ਦੀ ਮਾਂ ਨੇ ਉਹਨੂੰ ਖੁਸ਼ ਕੀਤਾ ਹੈ। ਜਿਵੇਂ ਜਿਵੇਂ ਵਕਤ ਗੁਜ਼ਰਿਆ, ਪੋਲੀਆਨਾ ਦੀ ਜ਼ਿੰਦਗੀ ਉਸ ਘਰ ਵਿੱਚ ਬਿਹਤਰ ਹੁੰਦੀ ਚਲੀ ਗਈ। ਉਹ ਆਪਣਾ ਨਾਸ਼ਤਾ ਕਰਦੀ, ਉਸ ਤੋਂ ਬਾਅਦ ਚਾਚੀ ਦੇ ਨਾਲ ਆਪਣਾ ਹੋਮਵਰਕ ਕਰਦੀ, ਫਿਰ ਦੁਪਹਿਰ ਦੇ ਖਾਣੇ ਤੋਂ ਬਾਅਦ ਸ਼ਾਮੀ 6 ਵਜੇ ਤੱਕ ਉਹਦੇ ਕੋਲ ਖਾਲੀ ਸਮਾਂ ਹੁੰਦਾ ਸੀ। ਉਹ ਘਰ ਦੇ ਲਈ ਕਰਿਆਨੇ ਦੇ ਸਮਾਨ ਦੀ ਖਰੀਦਾਰੀ ਵੀ ਕਰ ਲੈਂਦੀ ਸੀ। ਇੱਕ ਦਿਨ ਸ਼ਹਿਰ ਵਿੱਚ ਉਸਨੇ ਇੱਕ ਆਦਮੀ ਨੂੰ ਲੰਮਾ ਕੋਟ ਤੇ ਸਿਲੰਡਰ ਵਰਗੀ ਸ਼ੇਪ ਵਾਲਾ ਹੈਟ ਪਾਏ ਵੇਖਿਆ। ਉਸਨੇ ਉਸ ਦੇ ਨਾਲ ਦੋਸਤੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਉਹ ਉਸ ਨੂੰ ਕੀ ਕਹਿ ਰਿਹਾ ਸੀ। ਕੁਝ ਦਿਨ ਮਗਰੋਂ ਉਸ ਨੂੰ ਉਹ ਆਦਮੀ ਦੁਬਾਰਾ ਨਜ਼ਰ ਆਇਆ। ਉਸਨੇ ਫੇਰ ਤੋਂ ਉਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਇਸ ਵਾਰ ਉਹਨੇ ਵੀ ਇਸ ਦੇ ਨਾਲ ਗੱਲ ਕੀਤੀ। ਨੈਂਸੀ ਵੇਖ ਕੇ ਹੈਰਾਨ ਸੀ ਕਿਉਂਕਿ ਉਹ ਆਦਮੀ ਮਤਲਬ ਮਿਸਟਰ ਪੈਂਡਲਟਨ ਬਹੁਤ ਅਮੀਰ ਸੀ ਤੇ ਉਹ ਇੱਕ ਵੱਡੇ ਜਿਹੇ ਘਰ ਵਿੱਚ ਰਹਿੰਦੇ ਸੀ ਤੇ ਕਦੇ ਕਿਸੇ ਨਾਲ ਗੱਲ ਨਹੀਂ ਕਰਦੇ ਸੀ। ਦੂਜੇ ਦਿਨ ਪੋਲੀਆਨਾ ਇੱਕ ਬਹੁਤ ਹੀ ਕਮਜ਼ੋਰ ਕੁੱਤੇ ਨੂੰ ਆਪਣੇ ਨਾਲ ਘਰ ਲੈ ਗਈ। ਮਿਸ ਪੌਲੀ ਨੇ ਇੱਕ ਬੋਲ ਵੀ ਨਹੀਂ ਬੋਲਿਆ, ਪਰ ਅਗਲੇ ਦਿਨ ਉਹ ਇੱਕ ਮੁੰਡੇ ਨੂੰ ਘਰ ਲੈ ਗਈ ਤਾਂ ਮਿਸ ਪੌਲੀ ਦੀ ਉਹਦੇ ਨਾਲ ਬਹਿਸ ਹੋ ਗਈ। ਬਹੁਤ ਹੋ ਗਿਆ ਪੋਲੀਆਨਾ, ਤੇਰੇ ਅੱਜ ਤੱਕ ਦੇ ਕੀਤੇ ਕੰਮਾਂ ਵਿੱਚੋਂ ਇਹ ਸਭ ਤੋਂ ਖਰਾਬ ਹੈ। ਪਹਿਲਾਂ ਤੂੰ ਰਸਤੇ ਤੋਂ ਚੱਕ ਕੇ ਕੁੱਤੇ ਬਿੱਲੀਆਂ ਨੂੰ ਲਿਆਂਦੀ ਰਹੀ, ਅੱਜ ਤੂੰ ਇੱਕ ਮੰਗਤੇ ਨੂੰ ਹੀ ਮੇਰੇ ਘਰ ਲੈ ਕੇ ਆ ਗਈ ਹੈ। ਮੈਂ ਕੋਈ ਮੰਗਤਾ ਨਹੀਂ ਹਾਂ ਮੈਡਮ। ਇਹ ਕਹਿ ਕੇ ਮੁੰਡਾ ਘਰੋਂ ਭੱਜ ਗਿਆ, ਪਰ ਪੋਲੀਆਨਾ ਨੇ ਉਸ ਨੂੰ ਰਸਤੇ ਤੋਂ ਬਚਾਉਣ ਦੀ ਠਾਣ ਲਈ ਸੀ। ਸਤੰਬਰ ਵਿੱਚ ਪੋਲੀਆਨਾ ਦਾ ਸਕੂਲ ਸ਼ੁਰੂ ਹੋਇਆ। ਛੇਤੀ ਪੋਲੀਆਨਾ ਨੂੰ ਆਪਣਾ ਸਕੂਲ ਚੰਗਾ ਲੱਗਣ ਲੱਗਾ। ਇੱਕ ਦਿਨ ਇੱਕ ਸਫ਼ਰ ਦੇ ਦੌਰਾਨ ਮਿਸਟਰ ਪੈਂਡਲਟਨ ਨੇ ਪੋਲੀਆਨਾ ਨੂੰ ਪੁੱਛਿਆ ਕਿ ਕੀ ਉਹ ਆਪਣੀ ਚਾਚੀ ਔਰ ਨੂੰ ਛੱਡ ਕੇ ਉਹਨਾਂ ਦੇ ਨਾਲ ਰਹੇਗੀ। ਬੇਸ਼ੱਕ ਪੋਲੀਆਨਾ ਦੇ ਲਈ ਜਵਾਬ ਦੇਣਾ ਔਖਾ ਸੀ। ਮਿਸਟਰ ਪੈਂਡਲਟਨ ਨੇ ਉਹਨੂੰ ਸਭ ਕੁਝ ਸਮਝਾਇਆ। ਜਦੋਂ ਮੈਂ ਛੋਟਾ ਸੀ ਤਾਂ ਮੈਨੂੰ ਤੇਰੀ ਮੰਮੀ ਨਾਲ ਪਿਆਰ ਹੋ ਗਿਆ ਸੀ। ਮੈਂ ਉਹਨੂੰ ਬਹੁਤ ਪਿਆਰ ਕਰਦਾ ਸੀ, ਪਰ ਤੇਰੀ ਮੰਮੀ ਨੇ ਕਦੇ ਮੇਰੇ ਨਾਲ ਪਿਆਰ ਨਹੀਂ ਕੀਤਾ। ਫਿਰ ਛੇਤੀ ਉਸਨੇ ਤੇਰੇ ਪਿਤਾ ਨਾਲ ਵਿਆਹ ਕਰ ਲਿਆ ਤੇ ਇਸ ਸ਼ਹਿਰ ਤੋਂ ਦੂਰ ਚਲੀ ਗਈ। ਉਸ ਦਿਨ ਤੋਂ ਬਾਅਦ ਪੈਂਡਲਟਨ ਹਮੇਸ਼ਾ ਆਪਣੇ ਆਲੇ ਦੁਆਲੇ ਦੀ ਦੁਨੀਆ ਤੋਂ ਖਿਝਿਆ ਰਹਿੰਦਾ ਸੀ, ਪਰ ਪੋਲੀਆਨਾ ਆਪਣੀ ਮਾਂ ਵਰਗੀ ਦਿਸਦੀ ਸੀ। ਇਸੇ ਕਰਕੇ ਅੱਜ ਉਹ ਵੀ ਦੁਨੀਆ ਨੂੰ ਸਕਾਰਾਤਮਕ ਤਰੀਕੇ ਨਾਲ ਵੇਖ ਪਾ ਰਹੇ ਹਨ। ਇਸੇ ਲਈ ਜੇ ਪੋਲੀਆਨਾ ਹਰ ਵੇਲੇ ਉਹਨਾਂ ਦੇ ਕੋਲ ਰਹੇਗੀ ਤਾਂ ਉਹਨਾਂ ਦੇ ਕੋਲ ਜੀਣ ਦਾ ਮਕਸਦ ਹੋਵੇਗਾ। ਮੇਰੇ ਕੋਲ ਆ ਜਾ, ਅਸੀਂ ਇਕੱਠੇ ਖੁਸ਼ ਰਵਾਂਗੇ। ਤੂੰ ਮੈਨੂੰ ਪਿਓ ਸਮਾਨ ਮੰਨ ਸਕਦੀ ਹੈ ਤੇ ਮੈਂ ਤੈਨੂੰ ਧੀ ਵਾਂਗ ਰੱਖਾਂਗਾ। ਪਰ ਉਸਦੀ ਚਾਚੀ ਨੇ ਇਹ ਨਹੀਂ ਵਿਖਾਇਆ ਸੀ। ਉਹ ਜਾਣਦੀ ਸੀ ਕਿ ਉਹ ਉਸ ਨੂੰ ਬਹੁਤ ਚਾਹੁੰਦੀ ਸੀ ਤੇ ਉਹ ਆਪਣੀ ਚਾਚੀ ਨੂੰ ਛੱਡਣਾ ਨਹੀਂ ਚਾਹੁੰਦੀ ਸੀ। ਉਹਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਗੱਲ ਮਿਸਟਰ ਪੈਂਡਲਟਨ ਨੂੰ ਕਿਵੇਂ ਦੱਸੇ। ਆਖਰ ਉਹਨੂੰ ਇੱਕ ਤਰੀਕਾ ਸੁਝਿਆ। ਉਹ ਚਾਹੁੰਦੀ ਸੀ ਕਿ ਮਿਸਟਰ ਪੈਂਡਲਟਨ ਜਿਮੀ ਨੂੰ ਨਾਲ ਰੱਖ ਲੈਣ।
ਜਿਸ ਬੱਚੀ ਦੀ ਮਾਸੀ ਨੇ ਉਸ ਦੀ ਦੇਖਭਾਲ ਕਰਨ ਤੋਂ ਮਨਾ ਕੀਤਾ ਸੀ। ਉਹਨੂੰ ਲੱਗਿਆ ਕਿ ਇਸ ਤਰ੍ਹਾਂ ਮਿਸਟਰ ਪੈਂਡਲਟਨ ਤੇ ਜਿੰਮੀ ਦੋਵੇਂ ਹੀ ਖੁਸ਼ ਰਹਿ ਸਕਣਗੇ ਤੇ ਪੋਲੀਆਨਾ ਵੀ ਉਹਨਾਂ ਨੂੰ ਮਿਲਣ ਜਾ ਸਕੇਗੀ। ਮਿਸਟਰ ਪੈਂਡਲਟਨ ਨੇ ਉਹਨਾਂ ਨੂੰ ਅਗਲੇ ਹਫ਼ਤੇ ਨਾਲ ਆਉਣ ਦਾ ਸੱਦਾ ਦਿੱਤਾ ਸੀ। ਪਰ ਕੁਝ ਦਿਨਾਂ ਬਾਅਦ ਇੱਕ ਬਹੁਤ ਹੀ ਮਾੜੀ ਘਟਨਾ ਹੋਈ। ਇੱਕ ਕਾਰ ਨੇ ਪੋਲੀਆਨਾ ਨੂੰ ਟੱਕਰ ਮਾਰ ਦਿੱਤੀ। ਹਸਪਤਾਲ ਵਿੱਚ ਅਗਲੇ ਦਿਨ ਅੱਖਾਂ ਖੁੱਲਣ ਤੇ ਪੋਲੀਆਨਾ ਖੁਸ਼ ਹੋ ਗਈ ਕਿ ਉਹ ਜ਼ਿੰਦਾ ਸੀ। ਉਹ ਨਹੀਂ ਚਾਹੁੰਦੀ ਸੀ ਕਿ ਚਾਚੀ ਉਸ ਦਾ ਸਾਥ ਛੱਡ ਦੇਵੇ। ਉਹ ਚਾਚੀ ਦੇ ਨਾਲ ਗੁਜ਼ਾਰੇ ਉਹਨਾਂ ਪਲਾਂ ਲਈ ਖੁਸ਼ ਸੀ ਜਦੋਂ ਚਾਚੀ ਉਸ ਨੂੰ ਗੁੱਡੋ ਕਹਿ ਕੇ ਬੁਲਾਉਂਦੀ ਸੀ। ਕੁਝ ਦਿਨਾਂ ਬਾਅਦ ਪੋਲੀਆਨਾ ਹਸਪਤਾਲ ਤੋਂ ਘਰ ਵਾਪਸ ਆਈ, ਪਰ ਹੁਣ ਉਹ ਆਪਣੇ ਪੈਰਾਂ ਤੇ ਤੁਰ ਨਹੀਂ ਸਕਦੀ ਸੀ। ਜਦ ਮਿਸਟਰ ਪੈਂਡਲਟਨ ਪੋਲੀਆਨਾ ਨੂੰ ਮਿਲਣ ਗਏ ਤਾਂ ਉਹਨਾਂ ਨੇ ਮਿਸ ਪੌਲੀ ਨੂੰ ਪੋਲੀਆਨਾ ਨੂੰ ਦਿੱਤੀ ਗਈ ਪੇਸ਼ਕਸ਼ ਦੇ ਬਾਰੇ ਦੱਸਿਆ ਕਿ ਕਿਵੇਂ ਉਹਨੇ ਆਪਣੀ ਚਾਚੀ ਦੇ ਕਰਕੇ ਇਸ ਪੇਸ਼ਕਸ਼ ਲਈ ਮਨਾ ਕਰ ਦਿੱਤਾ ਸੀ। ਇਹ ਸਭ ਸੁਣ ਕੇ ਮਿਸ ਪੌਲੀ ਦਾ ਪਿਆਰ ਉਹਦੇ ਲਈ ਬਹੁਤ ਵੱਧ ਗਿਆ। ਉਸ ਦੀ ਭਤੀਜੀ ਖੁਸ਼ ਰਵੇ ਸਿਰਫ ਇਸ ਲਈ ਉਸਨੇ ਬਿੱਲੀ ਤੇ ਕੁੱਤਿਆਂ ਨੂੰ ਉਹਦੇ ਕਮਰੇ 'ਚ ਜਾਣ ਦੀ ਇਜਾਜ਼ਤ ਦੇ ਦਿੱਤੀ। ਉਹ ਪੋਲੀਆਨਾ ਦੀ ਖੁਸ਼ੀ ਲਈ ਕੁਝ ਵੀ ਕਰਨ ਨੂੰ ਤਿਆਰ ਸੀ। ਪੋਲੀਆਨਾ ਦੇ ਚੈੱਕਅਪ ਤੋਂ ਬਾਅਦ ਡਾਕਟਰ ਨੂੰ ਬੁਰੀ ਖਬਰ ਦੇਣੀ ਪਈ। ਬਦਕਿਸਮਤੀ ਦੇ ਨਾਲ ਹੁਣੇ ਮੁਟਿਆਰ ਕਦੇ ਨਹੀਂ ਚੱਲ ਸਕੇਗੀ। ਓਹ ਨਹੀਂ। ਇਹ ਸੁਣ ਕੇ ਮਿਸ ਪੌਲੀ ਰੋਣ ਲੱਗੀ ਤੇ ਬੇਹੋਸ਼ ਹੋ ਗਈ। ਆਪਣੀ ਚਾਚੀ ਦੀ ਆਵਾਜ਼ ਸੁਣ ਕੇ ਪੋਲੀਆਨਾ ਜ਼ੋਰ-ਜ਼ੋਰ ਕੇ ਰੋਣ ਲੱਗੀ। ਹੁਣ ਸਾਰਿਆਂ ਨੂੰ ਇਹਨਾਂ ਦੁੱਖ ਭਰੇ ਦਿਨਾਂ ਦੇ ਗੁਜ਼ਰਨ ਦਾ ਇੰਤਜ਼ਾਰ ਸੀ। ਪੋਲੀਆਨਾ ਨੇ ਜੋ ਵੀ ਉਸ ਨੂੰ ਮਿਲਣ ਆਂਦਾ ਉਹਨਾਂ ਨਾਲ ਖੁਸ਼ੀ ਦੇ ਖੇਡ ਦੇ ਬਾਰੇ 'ਚ ਦੱਸਣਾ ਸ਼ੁਰੂ ਕੀਤਾ। ਪੋਲੀਆਨਾ ਨੂੰ ਖੁਸ਼ ਦੇਖਣ ਦੇ ਲਈ ਮਿਸਟਰ ਪੈਂਡਲਟਨ ਨੇ ਜਿੰਮੀ ਨੂੰ ਗੋਦ ਲੈਣ ਦਾ ਫੈਸਲਾ ਕੀਤਾ। ਜਦ ਪੋਲੀਆਨਾ ਨੇ ਇਹ ਖੁਸ਼ਖਬਰੀ ਸੁਣੀ, ਉਸ ਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ। ਮਿਸ ਪੌਲੀ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਹ ਖੁਸ਼ੀ ਦੇ ਖੇਡ ਦੇ ਬਾਰੇ 'ਚ ਬਿਲਕੁਲ ਨਹੀਂ ਜਾਣਦੀ ਸੀ। ਇੱਕ ਵਾਰ ਜਦੋਂ ਨੈਂਸੀ ਨਾਲ ਗੱਲ ਕਰ ਰਹੀ ਸੀ ਤਾਂ ਉਸ ਨੂੰ ਇਸ ਬਾਰੇ 'ਚ ਪਤਾ ਚੱਲਿਆ। ਫਿਰ ਉਹ ਛੇਤੀ ਪੋਲੀਆਨਾ ਦੇ ਕੋਲ ਗਈ। ਅੱਛਾ, ਖੁਸ਼ੀ ਦਾ ਖੇਡ, ਹੁਣ ਤੋਂ ਅਸੀਂ ਇਸ ਖੇਡ ਨੂੰ ਇਕੱਠੇ ਖੇਡਾਂਗੇ। ਵਾਹ, ਇਹ ਹੁਣ ਤੱਕ ਦੀ ਸਭ ਤੋਂ ਵਧੀਆ ਖਬਰ ਹੈ ਚਾਚੀ। ਇਸੇ ਦੌਰਾਨ ਮਿਸਟਰ ਪੈਂਡਲਟਨ ਦੇ ਡਾਕਟਰ ਪੋਲੀਆਨਾ ਨਾਲ ਮਿਲਣਾ ਚਾਹੁੰਦੇ ਸੀ, ਪਰ ਇੱਕ ਸਮੱਸਿਆ ਸੀ। ਕਈ ਸਾਲ ਪਹਿਲਾਂ ਮਿਸ ਪੌਲੀ ਦੇ ਨਾਲ ਹੋਈ ਬਹਿਸ ਦੇ ਕਰਕੇ ਉਹ ਪਿਛਲੇ 15 ਸਾਲਾਂ ਤੋਂ ਉਹਨਾਂ ਦੇ ਘਰ ਨਹੀਂ ਗਏ ਸੀ। ਆਖਰ 'ਚ ਦੋਵੇਂ ਪਾਸਿਓਂ ਸਮਝੌਤਾ ਹੋਇਆ ਅਤੇ ਉਹ ਉਸ ਨੂੰ ਸ਼ਹਿਰ ਤੋਂ ਬਾਹਰ ਇੱਕ ਹਸਪਤਾਲ ਵਿੱਚ ਲੈ ਗਏ। ਮਿਸਟਰ ਪੈਂਡਲਟਨ ਦੇ ਡਾਕਟਰ ਨੇ ਪੋਲੀਆਨਾ ਦਾ ਚੈੱਕਅਪ ਕੀਤਾ ਤੇ ਉਮੀਦ ਜਤਾਈ। ਕੁਝ ਮਹੀਨੇ ਬੀਤ ਚੁੱਕੇ ਸੀ। ਮਿਸ ਪੌਲੀ ਦੀ ਇੱਕ ਚਿੱਠੀ ਪੋਲੀਆਨਾ ਨੂੰ ਮਿਲੀ। ਮੇਰੀ ਪਿਆਰੀ ਚਾਚੀ, ਮੇਰੇ ਕੋਲ ਇੱਕ ਖੁਸ਼ਖਬਰੀ ਹੈ। ਮੈਨੂੰ ਇਲਾਜ ਤੋਂ ਫਾਇਦਾ ਹੋਇਆ ਹੈ ਤੇ ਆਖਰ ਹੁਣ ਮੈਂ ਤੁਰ ਸਕਦੀ ਹਾਂ। ਡਾਕਟਰ ਕਹਿ ਰਹੇ ਨੇ ਕਿ ਮੈਂ ਛੇਤੀ ਘਰ ਜਾ ਸਕਦੀ ਹਾਂ। ਕਾਸ਼ ਮੈਂ ਹੋਰ ਛੇਤੀ ਤੁਰ ਸਕਦੀ। ਅੱਜ ਮੈਂ ਬਹੁਤ ਖੁਸ਼ ਹਾਂ। ਹਰ ਚੀਜ਼ ਹੁਣ ਮੈਨੂੰ ਖੁਸ਼ ਕਰਦੀ ਹੈ। ਮੈਨੂੰ ਤਾਂ ਇਸ ਵਿੱਚ ਵੀ ਖੁਸ਼ੀ ਹੈ ਕਿ ਮੈਂ ਕੁਝ ਸਮੇਂ ਤੱਕ ਚੱਲ ਨਹੀਂ ਸਕੀ, ਕਿਉਂਕਿ ਜੇ ਅਜਿਹਾ ਨਾ ਹੁੰਦਾ ਤਾਂ ਮੈਂ ਉਹਨਾਂ ਦੀ ਇੰਨੀ ਸ਼ੁਕਰਗੁਜ਼ਾਰ ਨਾ ਹੁੰਦੀ ਜਿੰਨੀ ਅੱਜ ਹਾਂ। ਛੇਤੀ ਤੁਹਾਨੂੰ ਮਿਲਣ ਦੀ ਉਮੀਦ ਵਿੱਚ ਬਹੁਤ ਸਾਰਾ ਪਿਆਰ, ਪੋਲੀਆਨਾ।